ਢੂਈ ਦੇ ਦਰਦ ਦਾ ਇਲਾਜ ਦੱਸਣ ਲੱਗਾ। ਅਗਰ ਮੇਰੇ ਕਿਸੇ ਭੈਣ ਭਰਾ ਨੂੰ ਇਹ ਢੂਈ ਦੀ ਦਰਦ ਹੁੰਦੀ ਹੈ ਨਾ, ਯਾਨੀ ਕਿ ਰੀੜ ਵਾਲੀ ਹੱਡੀ ਦੀ ਥੱਲੇ ਵਾਲੀ ਸਾਈਡ ਦੇ ਉੱਤੇ, ਜਿਹਨੂੰ ਅਸੀਂ ਬੈਕਬੋਨ ਦੇ ਥੱਲੇ ਵਾਲਾ ਹਿੱਸਾ ਕਹਿ ਦਿੰਦੇ ਹਾਂ, ਇਸ ਜਗ੍ਹਾ ਤੇ ਅਗਰ ਕਿਸੇ ਨੂੰ ਦਰਦ ਹੁੰਦੀ ਹੈ ਤੇ ਇਹਦੇ ਵਾਸਤੇ ਇੱਕ ਤੇਲ ਦੱਸਣ ਲੱਗਾ। 100 ਗ੍ਰਾਮ ਜਾਇਫਲ ਲਵੋ, ਜਾਇਫਲ ਨੂੰ ਚੰਗੀ ਤਰ੍ਹਾਂ ਕੱਦੂਕਸ਼ ਕਰ ਲਵੋ ਜਾਂ ਥੋੜ੍ਹਾ ਜਿਹਾ ਕੁੱਟ ਲਵੋ। ਉਸ ਤੋਂ ਬਾਅਦ 100 ਗ੍ਰਾਮ ਇਹਦੇ ਵਿੱਚ ਸਰੋਂ ਦਾ ਤੇਲ ਲੈ ਕੇ ਨਾ ਤੇ ਇਹਨਾਂ ਨੂੰ ਥੋੜ੍ਹਾ ਜਿਹਾ ਪਕਾਓ। ਜਦੋਂ ਹਲਕਾ ਜਿਹਾ ਪੱਕ ਜਾਣ ਤੇ ਇਹਦੇ ਵਿੱਚ 25 ਗ੍ਰਾਮ ਹਾਲੋਂ ਪਾ ਲੈਣਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਤੇ ਵਿੱਚ ਪਕਾਉਣਾ ਹੈ ਤੇਲ ਦੇ ਵਿੱਚ ਕਿ ਸੜ ਜਾਣ। ਜਦੋਂ ਸੜ ਜਾਣਗੇ ਥੱਲੇ ਲਾ ਕੇ ਇਸ ਤੇਲ ਨੂੰ ਮਹਿਫੂਜ਼ ਕਰ ਲਓ, ਠੰਡਾ ਹੋਣ ਦਿਓ। ਜਦੋਂ ਠੰਡਾ ਹੋ ਜਾਵੇ ਇਹ ਤੇਲ ਤੁਹਾਡਾ ਜਿਹੜਾ ਨਾ ਇਹ ਢੂਈ ਵਾਲੀ ਦਰਦ ਵਾਸਤੇ ਲਾਉਣ ਵਾਸਤੇ ਇਹ ਬਿਹਤਰੀਨ ਹੈ। ਸ਼ਾਇਦ ਟੀਕਾ ਦੀ ਦਰਦ ਨਹੀਂ ਹੋਣੀ ਚਾਹੀਦੀ, ਇਸ ਤੋਂ ਇਲਾਵਾ ਇਹ ਨਾਫ ਦੀ ਦਰਦ ਨਹੀਂ ਹੋਣੀ ਚਾਹੀਦੀ। ਅਗਰ ਮੇਰੇ ਕਿਸੇ ਭੈਣ ਭਰਾ ਨੂੰ ਦਰਦ ਹੁੰਦੀ ਹੈ ਤੇ ਤੇਲ ਨੂੰ 10 ਤੋਂ 15 ਮਿੰਟ ਅੱਛੇ ਤਰੀਕੇ ਨਾਲ ਜਿਹੜਾ ਨਾ ਨਰਮ ਹੱਥ ਨਾਲ ਮਸਾਜ ਕਰਿਆ ਜੇ ਢੂਈ ਦੇ ਉੱਤੇ। ਅੱਲਾ ਦੀ ਰਹਿਮਤ ਨਾਲ ਜਿੰਨੀ ਮਰਜ਼ੀ ਪੁਰਾਣੀ ਦਰਦ ਹੈ ਅੱਲਾ ਕਰਮ ਕਰੇਗਾ, ਇੱਕ ਹੀ ਦਫਾ ਦੇ ਵਿੱਚ ਤੁਹਾਨੂੰ ਕਮਾਲ ਹੋ ਜਾਏਗਾ। ਇਹਨੂੰ ਲਗਾਤਾਰ ਥੋੜ੍ਹੇ ਜਿਹੇ ਦਿਨ ਬਕਾਇਦਗੀ ਦੇ ਨਾਲ ਲਾਇਆ ਜੇ ਤੇ ਦਰਦ ਤੋਂ ਰਿਲੀਫ ਮਿਲ ਜਾਏਗਾ। ਕਿਸੇ ਬੰਦੇ ਨੂੰ ਜਾਇਫਲ ਮਾਫਕ ਨਹੀਂ ਹੁੰਦਾ, ਉਹ ਮੇਰੇ ਭੈਣ ਭਰਾ ਇਸਤੇਮਾਲ ਨਾ ਕਰਿਆ ਜੇ ਜਿਨ੍ਹਾਂ ਨੂੰ ਇਹਦੇ ਤੋਂ ਐਲਰਜੀ ਹੋਵੇ। ਇਸ ਤੋਂ ਇਲਾਵਾ ਪ੍ਰੈਗਨੈਂਸੀ ਦੇ ਦੌਰਾਨ ਮੇਰੀਆਂ ਭੈਣਾਂ ਇਹਨੂੰ ਇਸਤੇਮਾਲ ਨਹੀਂ ਕਰ ਸਕਦੀਆਂ। ਬਾਕੀ ਮੇਰੇ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਇਹ ਢੂਈ ਦੀ ਦਰਦ ਹੈ, ਸ਼ਾਇਦ ਟੀਕਾ ਤੇ ਨਾਫ ਦੀ ਦਰਦ ਤੋਂ ਇਲਾਵਾ ਬੇਫਿਕਰ ਹੋ ਕੇ ਅਪਲਾਈ ਕਰ ਲਿਆ ਜੇ, ਅੱਲਾ ਕਰਮ ਕਰੇਗਾ। ਮੇਰਾ ਭਰਾ ਜਾਂ ਭੈਣ ਮੈਨੂੰ ਕਿੱਥੋਂ ਵੇਖਣ ਦਿਆ ਜ਼ਰਾ ਕਮੈਂਟ 'ਚ ਦੱਸਣਾ ਜੇ।